ਕੀ ਕਹਿਣਾ ਚਾਹੋਗੇ ਤੁਸੀਂ ਇੰਨੇ ਟਾਈਮ ਤੋਂ ਜੁੜੇ ਹੋ ਯੋਗਰਾਜ ਜੀ ਕਿਸਾਨੀ ਵੀਰਾਂ ਨਾਲ ਕਿਸਾਨੀ ਅੰਦੋਲਨ ਨਾਲ ਕੀ ਲੱਗਦਾ ਹੈ ਸਾਲ 2022 ਵਿੱਚ ਵੀ ਇਦਾਂ ਹੀ ਲੜਨਾ ਪਏਗਾ ਸੰਘਰਸ਼ ਆ ਇਹਨਾਂ ਦਾ ਹੱਲ ਕਿਤੇ ਹੁੰਦਾ ਇਹਦਾ ਤੋੜ ਕੀ ਹੈ ਸੋਲੂਸ਼ਨ ਕੀ ਹੈ ਬੀਜੇਪੀ ਦੀ ਸਰਕਾਰ ਕੁਝ ਨਹੀਂ ਕਰ ਰਹੀ ਕਿਸਾਨਾਂ ਵਾਸਤੇ ਨਾ ਦੇਸ਼ ਵਾਸਤੇ ਨਾ ਸਿਰਫ ਕਿਸਾਨ ਵੀਰਾਂ ਵਾਸਤੇ ਕੀ ਲੱਗਦਾ ਤੁਹਾਨੂੰ ਜਿੱਥੇ ਮੋਦੀ ਦਾ ਪੂਰਾ ਹਫਤਾ ਜਸ਼ਨ ਚੱਲ ਰਿਹਾ ਜਨਮ ਦਿਨ ਦਾ 17 ਸਤੰਬਰ ਤੋਂ 2 ਅਕਤੂਬਰ ਤੱਕ ਚੱਲੂਗਾ 7 ਅਕਤੂਬਰ ਤੱਕ ਚੱਲਦਾ ਹੈ ਕੀ ਉਹਨਾਂ ਨੂੰ ਸਿਰਫ ਜਸ਼ਨ ਹੀ ਰਹਿੰਦੇ ਦਿਮਾਗ 'ਚ ਦੇਸ਼ ਦੀ ਜਿਹੜੀ ਅਰਥ ਵਿਵਸਥਾ ਉਹਦਾ ਕੋਈ ਖਿਆਲ ਨਹੀਂ ਹੈਗਾ ਪੰਜਾਬ ਦੀ ਸਿਆਸਤ ਨੂੰ ਲੈ ਕੇ ਤੁਹਾਡਾ ਕੀ ਨਜ਼ਰੀਆ ਜੇ ਗੱਲ ਕੀਤੀ ਜਾਵੇ ਤਾਂ ਜੀ ਜਿੱਦਾਂ ਸਰਕਾਰਾਂ ਬਦਲੀਆਂ ਨੇ ਕੈਪਟਨ ਆਊਟ ਚੰਨੀ ਇਨ ਕੀ ਲੱਗਦਾ ਕਿ ਦੇਸ਼ ਦੀ ਜਿਹੜੀ ਹੈਗੀ ਹੈ ਦਸ਼ਾ ਉਹ 'ਚ ਬਦਲਾਵ ਨਜ਼ਰ ਆਉਂਦਾ ਇੱਕ ਉਮੀਦ ਜਾਗੀ ਹੈ ਲੋਕਾਂ ਨੂੰ ਕਿ ਇਹ ਜਿਹੜੇ ਜਵਾਨ ਮੁੰਡੇ ਨੇ ਇਹ ਆ ਕੇ ਸਾਡੇ ਪੰਜਾਬ ਨੂੰ ਬਦਲਾਉਣਗੇ ਔਰ ਮੈਂ ਯਕੀਨਨ ਕਹਿ ਸਕਦਾ ਕਿ ਬਦਲਣਗੇ ਮੈਂ ਹਮੇਸ਼ਾ ਨਵਜੋਤ ਸਿੰਘ ਸਿੱਧੂ ਜੀ ਦਾ ਹੌਕਾ ਦਿੰਦਾ ਰਿਹਾ ਔਰ ਕਾਫੀ ਲੋਕ ਉਸ ਗੱਲ 'ਤੇ ਮੇਰੇ ਖਿਲਾਫ ਵੀ ਰਹੇ ਪਰ ਮੈਨੂੰ ਲੱਗਦਾ ਸੀ ਕੋਈ ਐਸਾ ਲੀਡਰ ਹੈਗਾ ਜਿਹੜਾ ਲੀਡਰ ਬਹੁਤ ਚੇਂਜ ਲਿਆ ਸਕਦਾ ਔਰ ਉਹਨਾਂ ਨੇ ਜੋ ਕੀਤਾ ਜੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਉਹ ਤੁਹਾਡੇ ਸਾਹਮਣੇ ਉਹ ਮੈਨੂੰ ਐਂ ਲੱਗਦਾ ਵੀ ਜੇ ਇਸ ਤਰ੍ਹਾਂ ਮੁੰਡੇ ਕੰਮ ਕਰਦੇ ਰਹੇ ਤਾਂ 3 ਮਹੀਨੇ 'ਚ ਤਾਂ ਬਹੁਤ ਕੁਛ ਹੋ ਜੂਗਾ ਸੋ ਜੇ ਇਹੋ ਜਿਹੀ ਸਰਕਾਰ ਆਪਣੀ ਆ ਗਈ ਇਹੋ ਜਿਹੇ ਬੱਚਿਆਂ ਦੀ ਇਹੋ ਜਿਹੇ ਸੋਚ ਵਾਲੇ ਬੰਦਿਆਂ ਦੀ ਸਰਕਾਰ ਆ ਗਈ ਉਹ ਬੇਸ਼ੱਕ ਸਰਕਾਰ ਕੋਈ ਵੀ ਹੋਵੇ ਤਾਂ 5 ਸਾਲਾਂ ਵਿੱਚ ਪੰਜਾਬ ਜਿਹੜਾ ਹੈ ਬੇਸ਼ੱਕ ਬਣ ਜੂ ਤੁਹਾਨੂੰ ਲੱਗਦਾ ਕਿ ਚਰਨਜੀਤ ਚੰਨੀ ਨਵਜੋਤ ਸਿੰਘ ਸਿੱਧੂ ਦੇ ਇਸ਼ਾਰਿਆਂ ਦੇ ਕੰਮ ਕਰ ਰਹੇ ਨੇ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਵੀ ਕੰਮ ਕਰਨਾ ਚਾਹੀਦਾ ਲੱਗਦਾ ਕਿ ਸਿੱਧੂ ਉਹਨਾਂ ਨੂੰ ਇੱਕ ਕਠਪੁਤਲੀ ਤਰ੍ਹਾਂ ਕੰਮ ਕਰਵਾ ਰਹੇ ਨੇ ਇਸ ਸਮੇਂ ਸਾਡੇ ਨਾਲ ਯੋਗਰਾਜ ਜੀ ਮੌਜੂਦ ਨੇ ਕਿਸਾਨੀ ਅੰਦੋਲਨ ਦੇ ਪਹੁੰਚੇ ਉਹਨਾਂ ਨਾਲ ਖਾਸ ਗੱਲਬਾਤ ਕਰਦੇ ਵਿਚਾਰ ਜਾਣਦੇ ਕਿ ਕੀ ਮਸਲਾ ਹੈ ਭਾਵੇਂ ਸਰਕਾਰਾਂ ਬਦਲ ਗਈਆਂ ਨੇ ਕਿ ਦੇਸ਼ ਦਾ ਸਿਸਟਮ ਬਦਲੇਗਾ ਥੋੜਾ ਬਹੁਤ ਸੁਧਾਰ ਆਏਗਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਬੇਟਾ ਜੀ ਯੋਗਰਾਜ ਜੀ ਜਿੱਦਾਂ ਸਰਕਾਰਾਂ ਬਦਲੀਆਂ ਨੇ ਕੈਪਟਨ ਆਊਟ ਚੰਨੀ ਇਨ ਕੀ ਲੱਗਦਾ ਕਿ ਦੇਸ਼ ਦੀ ਜਿਹੜੀ ਹੈਗੀ ਹੈ ਦਸ਼ਾ ਉਹ 'ਚ ਬਦਲਾਵ ਨਜ਼ਰ ਆਉਂਦਾ ਜਾਂ ਜਿਹੜਾ ਸਿਸਟਮ ਆ ਉੱਦਾਂ ਹੀ ਰਹੇਗਾ ਕਿਉਂਕਿ ਕਿਸਾਨ ਵੀਰਾਂ ਦਾ ਜਿਹੜਾ ਸੰਘਰਸ਼ ਹਾਲੇ ਵੀ ਚੱਲਦਾ ਪਿਆ ਬੇਟਾ ਬਦਲਾਵ ਸ੍ਰਿਸ਼ਟੀ ਦਾ ਨਿਯਮ ਹੈ ਰੱਬ ਦਾ ਨਿਯਮ ਹੈ ਜੇ ਸ੍ਰਿਸ਼ਟੀ 'ਚ ਬਦਲਾਵ ਨਾ ਆਉਣਾ ਹੁੰਦਾ ਤਾਂ ਹਰ ਚੀਜ਼ ਘੁੰਮਦੀ ਨਾ ਹੁੰਦੀ ਠਹਿਰਾਵ ਹੁੰਦਾ ਸੋ ਮੈਂ ਸਮਝਦਾ ਕਿ ਜੇ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ ਮੈਂ ਬੜੀ ਦੇਰ ਤੋਂ ਹੋਕਾ ਦਿੰਦਾ ਆ ਰਿਹਾ ਸੀਗਾ ਸ਼ਾਇਦ ਮੇਰੀ ਗੱਲ ਨੂੰ ਕਿਸੇ ਨੇ ਸੀਰੀਅਸਲੀ ਨਹੀਂ ਸੀ ਲਿਆ ਲੇਕਿਨ ਅੱਜ ਤੁਸੀਂ ਦੇਖੋ ਬਈ ਜਿਹੜੀ ਗੱਲ ਆਪਾਂ ਸੋਚ ਵੀ ਨਹੀਂ ਸਕਦੇ ਸੀ ਉਹ ਵੀ ਹੋ ਗਈ ਪੰਜਾਬ ਦਾ ਤਖਤਾ ਪਲਟਿਆ ਗਿਆ ਪਿਛਲੇ ਮੇਰੇ ਕੋਲ 10 ਦਿਨ ਵੀ ਨਹੀਂ ਹੋਏ ਅਜੇ ਸਰਕਾਰ ਪੂਰੀ ਬਣੀ ਨਹੀਂ ਤੁਸੀਂ ਕੰਮ ਦੇਖੋ ਕਿਹੜੇ ਹੋ ਰਹੇ ਨੇ ਤੁਹਾਡੇ ਸਾਹਮਣੇ ਹੋ ਰਹੇ ਨੇ ਇੱਕ ਉਮੀਦ ਜਾਗੀ ਹੈ ਲੋਕਾਂ ਨੂੰ ਕਿ ਇਹ ਜਿਹੜੇ ਜਵਾਨ ਮੁੰਡੇ ਨੇ ਇਹ ਆ ਕੇ ਸਾਡੇ ਪੰਜਾਬ ਨੂੰ ਬਦਲਾਉਣਗੇ ਔਰ ਮੈਂ ਯਕੀਨਨ ਕਹਿ ਸਕਦਾ ਕਿ ਬਦਲਣਗੇ ਕਿਉਂਕਿ ਇਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਇਸੇ ਤਰ੍ਹਾਂ ਦੇਸ਼ ਦੇ ਵਿੱਚ ਬੜੀਆਂ ਸਰਕਾਰਾਂ ਆਈਆਂ ਬੜੀਆਂ ਚਲੀ ਗਈਆਂ ਕਈਆਂ ਸਰਕਾਰਾਂ ਨੇ ਬਹੁਤ ਜ਼ੁਲਮ ਕੀਤੇ ਕਈਆਂ ਨੇ ਬੜਾ ਚੰਗਾ ਰਾਜ ਵੀ ਕੀਤਾ ਸੋ ਮਾੜੇ ਚੰਗੇ ਲੋਕ ਬੀਬਾ ਜੀ ਬੇਟਾ ਜੀ ਹਮੇਸ਼ਾ ਮਿਲਦੇ ਰਹਿੰਦੇ ਨੇ ਔਰ ਇਹ ਵਕਤ ਦੀ ਗੱਲ ਹੈ ਕਿ ਰੱਬ ਨੇ ਜੀ ਤੋਂ ਜਿਹੜਾ ਕੰਮ ਲੈਣਾ ਉਹਨੇ ਲਿਖਿਆ ਹੋਇਆ ਪ੍ਰਵਾਨ ਚੜ੍ਹ ਦੂਗਾ ਲੇਕਿਨ ਮੈਂ ਫਿਰ ਵੀ ਸਮਝਦਾ ਕਿ ਸਾਰਿਆਂ ਨੂੰ ਇਹ ਬੈਠ ਕੇ ਸੋਚਣਾ ਚਾਹੀਦਾ ਹੈ ਕਿ ਸਾਰਾ ਪੰਜਾਬ ਹੀ ਨਹੀਂ ਸਾਰਾ ਹਿੰਦੁਸਤਾਨ ਸਾਡਾ ਆਪਣਾ ਹੈ ਸਾਰੇ ਧਰਮ ਦੇ ਲੋਕ ਸਾਡੇ ਆਪਣੇ ਆ ਸਾਡੇ ਵਰਗ ਦੇ ਲੋਕ ਸਾਡੇ ਆਪਣੇ ਆ ਅਸੀਂ ਜ਼ਿੰਦਗੀ 'ਚ ਇਕੱਠੇ ਰਹਿ ਰਹੇ ਸੀ ਇਕੱਠੇ ਰਵਾਂਗੇ ਅਤੇ ਇਕੱਠੇ ਹੀ ਰਹਿੰਦੇ ਆ ਰਹੇ ਹਾਂ ਸੋ ਇਹ ਬਹੁਤ ਜ਼ਰੂਰੀ ਹੈ ਸੋਚਣਾ ਮੈਂ ਇੱਕ ਗੱਲ ਦੀ ਮੈਨੂੰ ਤਕਲੀਫ ਬੜੀ ਰਹਿੰਦੀ ਹੈ ਕਿ ਤੁਸੀਂ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਕਿਉਂ ਕਰਦੇ ਕਿਉਂ ਤੁਸੀਂ ਨੌਹਾਂ ਨਾਲੋਂ ਮਾਸ ਅਲੱਗ ਕਰਦੇ ਹੋ ਦਰਦ ਹੁੰਦੀ ਹੈ ਪੀੜਾ ਹੁੰਦੀ ਹੈ ਬਹੁਤ ਸੋ ਕਦੇ ਵੀ ਦੇਸ਼ ਦੇ ਵਿੱਚ ਜਾਂ ਧਰਮ ਦੇ ਉੱਤੇ ਰਾਜਨੀਤੀ ਹੋਵੇ ਸਮਝ ਲਓ ਵੀ ਤੁਹਾਡਾ ਜਿਹੜਾ ਰਾਜ ਉਹ ਗਲਤ ਬੰਦਿਆਂ ਦੇ ਹੱਥ 'ਚ ਜੇ ਕਿਸੇ ਨੂੰ ਕੋਈ ਜੋੜਦਾ ਹੈ ਕਿਸੇ ਡਿੱਗੇ ਨੂੰ ਚੱਕਦਾ ਹੈ ਕਿਸੇ ਨੂੰ ਕੋਈ ਤੁਰ ਨਹੀਂ ਸਕਦਾ ਉਹਨੂੰ ਮੋਢਿਆਂ 'ਤੇ ਚੱਕਦਾ ਮੈਂ ਸਮਝਦਾ ਉਹੀ ਰੱਬ ਦਾ ਬੰਦਾ ਉਹੀ ਇੱਕ ਇਨਸਾਨ ਹੈ ਜਦੋਂ ਸੋਨੀਆ ਮਾਂਜੀ ਨੇ ਕਿਹਾ ਕਿ ਕਿਸੇ ਵੀ ਹਾਲ 'ਚ ਬੀਜੇਪੀ ਦੀ ਸਰਕਾਰ ਨਹੀਂ ਆਉਣੀ ਚਾਹੀਦੀ ਕਿਉਂਕਿ ਬੀਜੇਪੀ ਦੀ ਸਰਕਾਰ ਕੁਝ ਨਹੀਂ ਕਰ ਰਹੀ ਕਿਸਾਨਾਂ ਵਾਸਤੇ ਨਾ ਦੇਸ਼ ਵਾਸਤੇ ਨਾ ਸਿਰਫ ਕਿਸਾਨ ਵੀਰਾਂ ਵਾਸਤੇ ਕੀ ਲੱਗਦਾ ਤੁਹਾਨੂੰ ਜਿੱਥੇ ਮੋਦੀ ਦਾ ਪੂਰਾ ਹਫਤਾ ਜਸ਼ਨ ਚੱਲ ਰਿਹਾ ਜਨਮ ਦਿਨ ਦਾ 17 ਸਤੰਬਰ ਤੋਂ 2 ਅਕਤੂਬਰ ਤੱਕ ਚੱਲੂਗਾ 7 ਅਕਤੂਬਰ ਤੱਕ ਚੱਲਦਾ ਹੈ ਕੀ ਉਹਨਾਂ ਨੂੰ ਸਿਰਫ ਜਸ਼ਨ ਹੀ ਰਹਿੰਦੇ ਦਿਮਾਗ 'ਚ ਦੇਸ਼ ਦੀ ਜਿਹੜੀ ਅਰਥ ਵਿਵਸਥਾ ਉਹਦਾ ਕੋਈ ਖਿਆਲ ਨਹੀਂ ਹੈਗਾ ਦੁੱਖ ਵਾਲੀ ਗੱਲ ਹੈ ਮੇਰਾ ਪਿਤਾ ਕਿ ਸਾਡੇ ਇੱਕ ਵੱਡ ਵਡੇਰੇ ਜਿਨ੍ਹਾਂ ਉੱਤੇ ਆਸ ਹੁੰਦੀ ਹੈ ਬੱਚਿਆਂ ਨੂੰ ਕਿ ਮੇਰਾ ਪਿਤਾ ਜੀ ਮੈਨੂੰ ਸੰਭਾਲ ਕੇ ਰੱਖੂਗਾ ਮੇਰੀ ਮਾਂ ਮੈਨੂੰ ਸੰਭਾਲ ਕੇ ਰੱਖੂਗੀ ਮੇਰੇ ਭੈਣ ਭਰਾ ਮੈਨੂੰ ਸੰਭਾਲ ਕੇ ਰੱਖਣਗੇ ਇੱਕ ਆਸ ਹੁੰਦੀ ਹੈ ਆਪਣੇ ਪਰਿਵਾਰ 'ਚ ਇਹ ਵੀ ਆਪਣਾ ਪਰਿਵਾਰ ਹੈ ਅਤੇ ਜਿਸ ਪਰਿਵਾਰ ਦੇ ਵਿੱਚ ਜਿਹੜਾ ਵੱਡਾ ਹੈ ਉਹਨੂੰ ਇਹ ਪਰਵਾਹ ਹੀ ਨਾ ਹੋਵੇ ਵੀ ਮੇਰਾ ਪਰਿਵਾਰ ਭੁੱਖਾ ਮਰਦਾ ਹੈ ਜਾਂ ਉਹਨਾਂ ਨੂੰ ਤਨ 'ਤੇ ਰੋਟੀ ਹੈ ਜਾਂ ਨਹੀਂ ਹੈ ਤਾਂ ਮੇਰੇ ਹਿਸਾਬ ਨਾਲ ਫਿਰ ਉਹਨੂੰ ਵੱਡਾ ਕਹਿਲਾਉਣ ਦਾ ਹੱਕ ਨਹੀਂ ਹੈ ਸੋ ਮੈਂ ਸਮਝਦਾ ਕਿ ਥੋੜ੍ਹਾ ਜਿਹਾ ਗੌਰ ਕਰਨਾ ਚਾਹੀਦਾ ਹੈ ਅੱਗੇ ਮਰਜ਼ੀ ਹੈ ਕਿਉਂਕਿ ਇਹ ਇੰਨੀ ਇੰਤਹਾ ਨਾ ਕਰ ਦਿਓ
ਕਿ ਕੱਲ੍ਹ ਨੂੰ ਫਿਰ ਪਿੱਛੇ ਮੁੜਨਾ ਔਖਾ ਹੋ ਜਾਏ। ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਇੰਨੇ ਟਾਈਮ ਤੋਂ ਜੁੜੇ ਹੋ ਯੋਗਰਾਜ ਜੀ ਕਿਸਾਨੀ ਵੀਰਾਂ ਨਾਲ, ਕਿਸਾਨੀ ਅੰਦੋਲਨ ਨਾਲ, ਕੀ ਲੱਗਦਾ ਹੈ ਸਾਲ 2022 ਵਿੱਚ ਵੀ ਇਦਾਂ ਹੀ ਲੜਨਾ ਪਏਗਾ ਸੰਘਰਸ਼, ਆ ਇਹਨਾਂ ਦਾ ਹੱਲ ਕਿਤੇ ਹੁੰਦਾ? ਇਹਦਾ ਤੋੜ ਕੀ ਹੈ, ਸੋਲੂਸ਼ਨ ਕੀ ਹੈ? ਬੇਟਾ, ਜਿਹੜੀ ਚੀਜ਼ ਨੂੰ ਰੱਬ ਸਿੰਜਣਾ ਕਰਦਾ ਨਾ, ਇਹ ਅੰਦੋਲਨ ਕੋਈ ਆਮ ਅੰਦੋਲਨ ਹੈ ਨਹੀਂ। ਤੁਸੀਂ ਦੇਖਿਆ ਕਿੱਥੋਂ ਸ਼ੁਰੂ ਹੋਇਆ, ਕਿੱਥੇ ਚਲਾ ਗਿਆ। ਤੁਹਾਡੀ ਵਰਗੀਆਂ ਬੇਟੀਆਂ ਨੇ, ਤੁਹਾਡੀ ਵਰਗੀਆਂ ਮਾਵਾਂ ਨੇ, ਭੈਣਾਂ ਨੇ, ਧੀਆਂ ਨੇ ਇਸ ਅੰਦੋਲਨ ਨੂੰ ਬਹੁਤ ਉਭਾਰਿਆ, ਬੱਚਿਆਂ ਨੇ, ਜਵਾਨੀ ਨੇ। ਇਹ ਗੁਰੂ ਦਾ ਹੁਕਮ, ਅਕਾਲ ਪੁਰਖ ਦਾ ਹੁਕਮ ਹੈ, ਪੀਰ ਪੈਗੰਬਰਾਂ ਦਾ ਹੁਕਮ ਹੈ। ਅਤੇ ਜਦ ਉਹਨੇ ਕੋਈ ਤਖਤਾ ਪਲਟਣਾ ਹੁੰਦਾ ਨਾ, ਫਿਰ ਉਹ ਹਰ ਬੁਰਾਈ ਨੂੰ ਸਿਖਰ 'ਤੇ ਲੈ ਜਾਂਦਾ ਹੈ। ਉੱਥੇ ਜਾ ਕੇ ਫਿਰ ਉਹਨੂੰ ਫੜਦਾ, ਉਹਦੇ ਫਿਰ ਟੁਕੜੇ ਪ੍ਰਮੰਡ ਦੇ ਵਿੱਚ ਬਿਖਰਦੇ ਨੇ। ਤੁਸੀਂ ਮੁਗਲਾਂ ਦਾ ਰਾਜ ਪੜ੍ਹਿਆ ਹੋਣਾ, ਦੇਖਿਆ ਹੋਣਾ, ਸੁਣਿਆ ਹੋਣਾ। ਉਹਨਾਂ ਨੇ ਜੋ ਕੁਛ ਕੀਤਾ ਸੀ, ਉਸ ਤੋਂ ਬਾਅਦ ਕੀ ਹੋਇਆ? ਅੱਜ ਨਾਮੋ ਨਿਸ਼ਾਨ ਖਤਮ। ਅੰਗਰੇਜ਼ਾਂ ਨੇ ਕੀਤਾ ਸੀ, ਉਹ ਚਲੇ ਗਏ। ਸੋ ਜੇ ਆਪਣੇ ਤੇ ਜ਼ੁਲਮ ਕਰਨਗੇ, ਇਸ ਤੋਂ ਵੱਡਾ ਜ਼ੁਲਮ ਕੀ ਹੋ ਸਕਦਾ? ਪਰ ਮੈਨੂੰ ਲੱਗਦਾ ਹੈ ਕਿ ਬੜੀ ਛੇਤੀ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੂਗਾ। ਪੰਜਾਬ ਦੀ ਸਿਆਸਤ ਨੂੰ ਲੈ ਕੇ ਤੁਹਾਡਾ ਕੀ ਨਜ਼ਰੀਆ ਜੇ ਗੱਲ ਕੀਤੀ ਜਾਵੇ ਤਾਂ? ਮੈਂ ਸਮਝਦਾ ਹੁਣ ਬਹੁਤ ਅੱਛੇ ਲੋਕਾਂ ਦੇ ਹੱਥ 'ਚ ਆਈ ਹੈ, ਕਿਉਂਕਿ ਮੈਂ ਹਮੇਸ਼ਾ ਨਵਜੋਤ ਸਿੰਘ ਸਿੱਧੂ ਜੀ ਦਾ ਹੋਕਾ ਦਿੰਦਾ ਰਿਹਾ ਔਰ ਕਾਫੀ ਲੋਕ ਉਸ ਗੱਲ 'ਤੇ ਮੇਰੇ ਖਿਲਾਫ ਵੀ ਰਹੇ। ਪਰ ਮੈਨੂੰ ਲੱਗਦਾ ਸੀ ਕੋਈ ਐਸਾ ਲੀਡਰ ਹੈਗਾ ਜਿਹੜਾ ਲੀਡਰ ਬਹੁਤ ਚੇਂਜ ਲਿਆ ਸਕਦਾ। ਔਰ ਉਹਨਾਂ ਨੇ ਜੋ ਕੀਤਾ, ਜੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਉਹ ਤੁਹਾਡੇ ਸਾਹਮਣੇ ਹੈ। ਆਪਾਂ ਸੋਚ ਨਹੀਂ ਸਕਦੇ ਸੀ ਇਹ ਹੋ ਜਾਊਗਾ। ਔਰ ਫਿਰ ਹੁਣ ਜਿਹੜਾ ਉਹਨਾਂ ਨੇ ਦਾਇਰਾ ਬਣਾਇਆ ਆਪਣਾ CM ਸਾਹਿਬ ਨਾਲ ਮਿਲ ਕੇ, ਨਵਿਆਂ ਨਾਲ, ਮੈਂ ਸਮਝਦਾ ਬੜਾ ਅੱਛਾ। ਦੇਖੋ ਤੁਸੀਂ, ਬੜੀਆਂ ਚੇਂਜਸ ਹੋ ਰਹੀਆਂ, ਬੜੀਆਂ ਗੱਲਾਂ ਹੋ ਰਹੀਆਂ। ਉਹ ਮੈਨੂੰ ਐਂ ਲੱਗਦਾ ਵੀ ਜੇ ਇਸ ਤਰ੍ਹਾਂ ਮੁੰਡੇ ਕੰਮ ਕਰਦੇ ਰਹੇ ਤਾਂ 3 ਮਹੀਨੇ 'ਚ ਤਾਂ ਬਹੁਤ ਕੁਛ ਹੋ ਜਾਊਗਾ। ਸੋ ਜੇ ਇਹੋ ਜਿਹੀ ਸਰਕਾਰ ਆਪਣੀ ਆ ਗਈ, ਇਹੋ ਜਿਹੇ ਬੱਚਿਆਂ ਦੀ, ਇਹੋ ਜਿਹੇ ਸੋਚ ਵਾਲੇ ਬੰਦਿਆਂ ਦੀ ਸਰਕਾਰ ਆ ਗਈ, ਉਹ ਬੇਸ਼ੱਕ ਸਰਕਾਰ ਕੋਈ ਵੀ ਹੋਵੇ, ਤਾਂ 5 ਸਾਲਾਂ ਵਿੱਚ ਪੰਜਾਬ ਜਿਹੜਾ ਹੈ ਬੇਸ਼ਤ ਬਣ ਜਾਊ। ਪਰ ਤੁਹਾਨੂੰ ਲੱਗਦਾ ਕਿ ਚਰਨਜੀਤ ਚੰਨੀ ਨਵਜੋਤ ਸਿੰਘ ਸਿੱਧੂ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੇ ਨੇ? ਉਹਨਾਂ ਨੂੰ ਆਪਣੀ ਮਰਜ਼ੀ ਨਾਲ ਵੀ ਕੰਮ ਕਰਨਾ ਚਾਹੀਦਾ? ਲੱਗਦਾ ਕਿ ਸਿੱਧੂ ਉਹਨਾਂ ਨੂੰ ਇੱਕ ਕਠਪੁਤਲੀ ਤਰ੍ਹਾਂ ਕੰਮ ਕਰਵਾ ਰਹੇ ਨੇ, ਆਪਣੇ ਅਕੋਰਡਿੰਗ ਚਲਾ ਰਹੇ ਨੇ? ਇਸ ਤਰ੍ਹਾਂ ਨਹੀਂ। ਉਹਨਾਂ ਨੇ ਦੱਸਿਆ ਵੀ ਪਰਿਵਾਰ ਕਿਵੇਂ ਚੱਲਦਾ ਹੈ। ਪਰਿਵਾਰ 'ਚ ਇੱਕ ਵੱਡਾ ਹੁੰਦਾ ਹੈ, ਇੱਕ ਛੋਟਾ ਹੁੰਦਾ, ਇੱਕ ਬਰਾਬਰ ਦਾ ਹੁੰਦਾ, ਭੈਣ ਭਰਾ। ਐਟਲੀਸਟ ਉਹਨਾਂ ਨੇ ਇਹ ਮਾਡਲ ਦੱਸਤਾ ਕਿ ਇੱਕ CM ਇਹ ਨਹੀਂ ਵੀ ਵੱਡੀਆਂ ਗੱਡੀਆਂ ਟੂੰ ਟਾਂ ਮਾਰਦਾ ਫਿਰਦਾ ਵਰੇ, ਉਹ ਸਾਈਕਲ 'ਤੇ ਵੀ ਜਾ ਸਕਦਾ। ਕਿੱਡਾ ਵੱਡਾ ਐਗਜ਼ਾਮਪਲ ਨਵਜੋਤ ਸਿੱਧੂ ਜੀ ਨੇ ਦੱਸਿਆ ਕਿ ਜਿਹੜੇ ਲੀਡਰ ਨੇ, CM ਨੇ, ਜਾਂ ਜਿੰਨੇ ਵੀ ਅਫਸਰ ਨੇ, ਕਿੱਦਾਂ ਦੇ ਹੋਣੇ ਚਾਹੀਦੇ ਹੈ, ਕਿੱਦਾਂ ਰਹਿਣਾ ਚਾਹੀਦਾ। ਸੋ ਮੈਂ ਸਮਝਦਾ ਤੁਸੀਂ ਉਹਨਾਂ ਨੂੰ ਐਪਰੀਸ਼ੀਏਟ ਕਰੋ ਕਿ ਉਹ ਐਗਜ਼ਾਮਪਲ ਸੈੱਟ ਕਰ ਰਿਹਾ ਹੈ ਕਿ ਜਿੰਨੀ ਸਾਦਗੀ ਨਾਲ ਦੁਨੀਆ ਰਹਿ ਰਹੀ ਹੈ, ਉਨੀ ਸਾਦਗੀ ਨਾਲ ਲੀਡਰ ਨੂੰ ਰਹਿਣਾ ਚਾਹੀਦਾ, ਤਾਂ ਹੀ ਉન્નਤੀ ਹੋਊਗੀ। ਯੋਗਰਾਜ ਜੀ, ਆਖਰੀ ਸਵਾਲ ਹੈ, ਸਾਲ 2022 ਦੀਆਂ ਚੋਣਾਂ ਤੋਂ ਕੀ ਉਮੀਦਾਂ ਨੇ? ਜਾਂਦੇ ਜਾਂਦੇ ਕਿਸਾਨ ਵੀਰਾਂ ਵਾਸਤੇ ਕੀ ਕਹਿਣਾ ਚਾਹੋਗੇ? ਮੈਂ ਜਦ ਤੱਕ ਜਿਉਣਾ, ਜਦ ਤੱਕ ਮੇਰੀ ਰਗਾਂ ਦੇ ਵਿੱਚ ਖੂਨ ਦਾ ਇੱਕ ਕਤਰਾ ਹੈ, ਮੇਰੀ ਆਵਾਜ਼ ਕਿਸਾਨਾਂ ਵਾਸਤੇ ਬੁਲੰਦ ਰਹੂਗੀ, ਮਜ਼ਦੂਰਾਂ ਵਾਸਤੇ ਬੁਲੰਦ ਰਹੂਗੀ, ਗਰੀਬਾਂ ਵਾਸਤੇ ਬੁਲੰਦ ਰਹੂਗੀ। ਭਾਵੇਂ ਕੋਈ ਵੀ ਹੋਵੇ, ਔਰ ਮੈਂ ਜਿੱਥੇ ਵੀ ਰਹੂੰਗਾ, ਜੋ ਵੀ ਡਿਊਟੀ ਅਕਾਲ ਪੁਰਖ ਗੁਰੂ ਘਰ ਮੈਨੂੰ ਮੇਰੀ ਲਾਊਗਾ, ਉਸ ਆਵਾਜ਼ ਵਿੱਚੋਂ ਹਮੇਸ਼ਾ ਆਵਾਜ਼ ਜਿਹੜੀ ਪਹਿਲੀ, ਉਹ ਕਿਸਾਨਾਂ ਵਾਸਤੇ, ਮਜ਼ਦੂਰਾਂ ਵਾਸਤੇ, ਗਰੀਬਾਂ ਵਾਸਤੇ ਅਤੇ ਆਪਣੇ ਪੰਜਾਬ ਵਾਸਤੇ ਉੱਠਦੀ ਰਹੂਗੀ ਜਦ ਤੱਕ ਮੈਂ ਜਿਉਣਾ। ਤਾਂ ਤੁਸੀਂ ਦੇਖਿਆ ਸੀ ਕਿ ਮੈਨੂੰ ਬਾਲੀਵੁੱਡ ਐਕਟਰ ਯੋਗਰਾਜ ਸਿੰਘ ਜੀ, ਜਿਨ੍ਹਾਂ ਨੇ ਹਰ ਮੁੱਦੇ 'ਤੇ ਵਿਚਾਰ ਸਾਂਝੇ ਤਾਂ ਕੀਤੇ ਸੀ, ਅਤੇ ਇਹ ਵੀ ਕਿਹਾ ਕਿ ਜਦੋਂ ਤੱਕ ਉਹ ਜ਼ਿੰਦਾ ਰਹਿਣਗੇ, ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਕਿਸਾਨ ਵੀਰਾਂ ਵਾਸਤੇ ਬੁਲੰਦ ਰਹੇਗੀ। ਅਤੇ ਨਾਲ ਹੀ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਜੋ ਕਰ ਰਹੇ ਨੇ, ਸਹੀ ਕਰ ਰਹੇ ਨੇ। ਜਿੱਦਾਂ ਪਰਿਵਾਰ ਨੂੰ ਆਪਣੇ ਅਕੋਰਡਿੰਗਲੀ ਕੋਈ ਮੁਖੀਆ ਚਲਾਉਂਦਾ, ਉੱਦਾਂ ਹੀ ਉਹ ਸਿਸਟਮ ਚਲਾ ਰਹੇ ਨੇ ਦੇਸ਼ ਦਾ। ਚੰਨੀ ਨੂੰ ਆਪਣੇ ਇਸ਼ਾਰੇ 'ਤੇ ਨਹੀਂ ਨਚਾ ਰਹੇ, ਉਹ ਇੱਕ ਪਰਿਵਾਰ ਦੇ ਅਕੋਰਡਿੰਗ ਜਿੱਦਾਂ ਕੋਈ ਹੈੱਡ ਕੰਮ ਕਰਦਾ, ਉਸ ਤਰੀਕੇ ਦਾ ਕੰਮ ਕਰ ਰਹੇ। ਤੁਸੀਂ ਵੀ ਕਮੈਂਟਸ ਨਾਲ ਹੀ ਵਿਚਾਰ ਸਾਂਝੇ ਕਰ ਸਕਦੇ ਹੋ ਕਿ ਨਵਜੋਤ ਸਿੰਘ ਸਿੱਧੂ ਜਿੱਦਾਂ ਯੋਗਰਾਜ ਜੀ ਨੇ ਕਿਹਾ ਉੱਦਾਂ ਹੀ ਕਰ ਰਹੇ ਨੇ, ਜਾਂ ਇਸ ਦੇ ਪਿੱਛੇ ਕੋਈ ਹੋਰ ਏਜੰਡਾ ਹੋ ਸਕਦਾ ਹੈ। ਬਣੇ ਰਹੋ ਤੇਜ਼ ਪੰਜਾਬ ਨਿਊਜ਼ ਨਾਲ।